ਹਾਂਜੀ, ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਔਰ ਪਿਛਲੇ ਵੀਡੀਓ ਦੇ ਵਿੱਚ ਆਪਾਂ ਇਸ ਨਿਬੰਧ ਦਾ ਸਾਰ ਪੜ੍ਹਿਆ ਸੀ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਨਿਬੰਧ ਦਾ ਵਿਸ਼ਾ ਵਸਤੂ ਤੇ ਕੁਐਸਚਨ ਆਨਸਰ ਪੜ੍ਹਾਂਗੇ। ਜੇਕਰ ਤੁਸੀਂ ਪਿਛਲੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਦੇ ਉੱਪਰ ਵਿਜ਼ਿਟ ਕਰਕੇ ਦੇਖ ਸਕਦੇ ਹੋ। ਸੋ ਅੱਜ ਦੇ ਵਿੱਚ ਇਸ ਵੀਡੀਓ ਵਿੱਚ ਆਪਾਂ ਵਿਸ਼ਾ ਵਸਤੂ ਪੜ੍ਹਾਂਗੇ, ਤਾਂ ਵੀਡੀਓ ਸ਼ੁਰੂ ਕਰਦੇ ਹਾਂ। ਕਿਰਤ ਨਿਬੰਧ ਦਾ ਵਿਸ਼ਾ ਵਸਤੂ ਸਪਸ਼ਟ ਕਰੋ। ਕਿਰਤ ਨਿਬੰਧ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਇਸ ਨਿਬੰਧ ਦਾ ਵਿਸ਼ਾ ਵਸਤੂ ਮਨੁੱਖੀ ਜੀਵਨ ਵਿੱਚ ਕਿਰਤ ਦੀ ਮਹਾਨਤਾ ਨੂੰ ਸਪਸ਼ਟ ਕਰਨਾ ਹੈ। ਨਿਬੰਧਕਾਰ ਨੇ ਕਿਰਤ ਸੰਬੰਧੀ ਬੜੇ ਮੌਲਿਕ, ਨਿਵੇਕਲੇ ਅਤੇ ਸੂਖਮ ਵਿਚਾਰ ਪੇਸ਼ ਕੀਤੇ ਹਨ। ਉਹ ਦੱਸਦਾ ਹੈ ਕਿ ਕਿਰਤ ਮਨੁੱਖ ਵਿੱਚ ਦੈਵੀ ਗੁਣ ਪੈਦਾ ਕਰਦੀ ਹੈ। ਕਿਰਤਹੀਣ ਮਨੁੱਖ ਕਦੇ ਵੀ ਉੱਚੇ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ। ਆਪਣੇ ਕੰਮ ਵਿੱਚ ਲੱਗੇ ਮਨੁੱਖ ਨੂੰ ਮਾੜੇ ਚਿਤਵਨ ਅਤੇ ਦੁਸ਼ਟਤਾ ਭਰੇ ਕਰਮ ਕਰਨ ਦੀ ਵਿਹਲ ਹੀ ਨਹੀਂ ਹੁੰਦੀ। ਨਿਬੰਧਕਾਰ ਇਸ ਕਥਨ ਨੂੰ 16 ਆਨੇ ਸੱਚ ਮੰਨਦਾ ਹੈ ਕਿ ਵਿਹਲਾ ਮਨ ਸ਼ੈਤਾਨ ਦੀ ਟਕਸਾਲ ਬਣ ਜਾਂਦਾ ਹੈ। ਉਹ ਕਹਿੰਦਾ ਹੈ ਕਿ ਜਿਸ ਦੇ ਹੱਥ ਵਿੱਚ ਕਿਰਤ ਨਹੀਂ, ਉਹ ਆਦਮੀ ਨਿਕੰਮਾ ਹੁੰਦਾ ਹੈ। ਨਿਬੰਧਕਾਰ ਦੱਸਦਾ ਹੈ ਕਿ ਕਿਰਤ ਕਰਨ ਵਾਲੇ ਵਿਅਕਤੀ ਨੂੰ ਆਪਣੀ ਅਥੱਕ ਕਿਰਤ ਵਿੱਚੋਂ ਉਪਜੀ ਸਹਿਜ ਸਮਾਧੀ ਅਤੇ ਸੁੱਖ ਤੋਂ ਨਿਕੰਮੇ ਵਾਦ ਵਿਵਾਦ ਲਈ ਵਿਹਲ ਨਹੀਂ ਮਿਲਦੀ। ਸੁੱਚੀ ਕਿਰਤ ਸਿਦਕ, ਪਿਆਰ ਅਤੇ ਰੱਬਤਾ ਦੀ ਧਾਰਨੀ ਹੁੰਦੀ ਹੈ। ਕਿਸਾਨੀ ਮਜ਼ਦੂਰਾਂ ਵਿੱਚ ਦਇਆ, ਤਿਆਗ ਅਤੇ ਭਾਣਾ ਮੰਨਣ ਦੇ ਗੁਣ ਸਹਿਜ ਸੁਭਾਅ ਹੁੰਦੇ ਹਨ। ਕਿਰਤੀ ਦਾ ਚਿੱਤ ਆਪ ਮੁਹਾਰਾ ਰੱਬ ਵੱਲ ਜੁੜ ਜਾਂਦਾ ਹੈ ਅਤੇ ਸਮਾਂ ਪਾ ਕੇ ਕਿਰਤ ਰੱਬ ਦੀ ਪੂਜਾ ਹੋ ਜਾਂਦੀ ਹੈ। ਨਿਬੰਧਕਾਰ ਕਿਰਤੀ ਦੇ ਗੁਣਾਂ ਨੂੰ ਸਪਸ਼ਟ ਕਰਦਿਆਂ ਦੱਸਦਾ ਹੈ ਕਿ ਉਹ ਨਿਰਮਾਣ ਅਤੇ ਸਿਦਕੀ ਹੁੰਦਾ ਹੈ। ਉਹ ਕਿਰਤ ਵਿੱਚ ਵਿਸ਼ਵਾਸ ਕਰਦਾ ਹੈ, ਫਲ ਵਿੱਚ ਨਹੀਂ। ਉਸ ਵਿੱਚ ਲੋਭ ਲਾਲਚ ਦੀ ਥਾਂ ਸਬਰ ਸੰਤੋਖ ਹੁੰਦਾ ਹੈ। ਉਸ ਵਿੱਚ ਕੁਦਰਤੀ ਸਾਦਗੀ ਅਤੇ ਬੇਪਰਵਾਹੀ ਹੁੰਦੀ ਹੈ। ਉਹ ਸਹਿਜ ਸੁਭਾਅ ਆਪੇ ਦਾ ਰਸ ਮਾਣਦਾ ਹੈ ਅਤੇ ਉਸਤਤ ਨਿੰਦਿਆ ਦੋਹਾਂ ਤੋਂ ਅਤੀਤ ਰਹਿੰਦਾ ਹੈ। ਉਸ ਦੇ ਲੱਛਣ ਸਾਧ ਨਾਲ ਮਿਲਦੇ ਜੁਲਦੇ ਹਨ। ਸੁੱਚੀ ਕਿਰਤ ਕਰਨ ਵਾਲੇ ਵਿਅਕਤੀ ਵਿੱਚ ਪਿਆਰ, ਮਿੱਤਰਤਾ, ਸਾਦਗੀ, ਸਬਰ, ਸੰਤੋਖ, ਦਇਆ, ਨਿਰਮਾਣਤਾ, ਉਦਾਰਤਾ, ਤਿਆਗ ਅਤੇ ਭਾਣਾ ਮੰਨਣ ਦੇ ਗੁਣ ਪੈਦਾ ਹੁੰਦੇ ਹਨ। ਉਸ ਦਾ ਮਨ ਆਪ ਮੁਹਾਰਾ ਪਰਮਾਤਮਾ ਨਾਲ ਜੁੜ ਜਾਂਦਾ ਹੈ। ਉਹ ਵੱਡੇ ਵੱਡੇ ਨੁਕਸਾਨ ਦੀ ਰਜਾ ਨੂੰ ਸਮਝ ਕੇ ਬਰਦਾਸ਼ਤ ਕਰ ਲੈਂਦਾ ਹੈ, ਜਦ ਕਿ ਵੱਡੇ ਵੱਡੇ ਅਕਲਮੰਦ ਅਤੇ ਅਮੀਰ ਅਜਿਹਾ ਨਹੀਂ ਕਰ ਸਕਦੇ। ਅਮੀਰਾਂ ਨੂੰ ਉਹ ਸੁੱਖ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਜੋ ਗਰੀਬ ਅਤੇ ਨਿਮਾਣੇ ਕਿਰਤੀ ਨੂੰ ਕਿਰਤ ਵਿੱਚੋਂ ਪ੍ਰਾਪਤ ਹੁੰਦਾ ਹੈ। ਨਿਬੰਧਕਾਰ ਅਨੁਸਾਰ ਸੁੱਚੀ ਕਿਰਤ ਅਤੇ ਅਵੇਸ਼ ਗਰਭਿਤ ਸਾਧ ਹੀ ਦੁਨੀਆ ਵਿੱਚ ਸਹਿਜ ਸੁਭਾਅ ਦੈਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ। ਉਹ ਸਪਸ਼ਟ ਕਰਦਾ ਹੈ ਕਿ ਕੇਵਲ ਗੁਰੂ ਸਾਹਿਬਾਨ ਨੇ ਹੀ ਇੱਕ ਪਾਸੇ ਸੁੱਚੀ ਕਿਰਤ ਅਤੇ ਦੂਜੇ ਪਾਸੇ ਬ੍ਰਹਮ ਗਿਆਨੀ ਦੀ ਸਿਫਤ ਕੀਤੀ ਹੈ। ਨਿਬੰਧਕਾਰ ਉਸ ਵਿੱਦਿਆ ਨੂੰ ਹੀ ਅਸਲ ਵਿੱਦਿਆ ਮੰਨਦਾ ਹੈ ਜਿਹੜੀ ਕੁਦਰਤ ਨਾਲ ਅਭੇਦ ਹੋ ਕੇ ਕਾਦਰ ਦੇ ਰੰਗ ਵਿੱਚ ਕਿਰਤ ਕਰਨ ਵੱਲ ਲਾਉਂਦੀ ਹੈ। ਕਿ ਇਸ ਪ੍ਰਕਾਰ ਨਿਬੰਧਕਾਰ ਨੇ ਇਸ ਨਿਬੰਧ ਵਿੱਚ ਕਿਰਤ ਦੀ ਮਹਾਨਤਾ ਦਰਸਾਈ ਹੈ। ਉਸਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਨ ਲਈ ਜਾਪਾਨੀਆਂ ਦੇ ਜੀਵਨ ਵਿੱਚ ਨਿੱਜੀ ਅਨੁਭਵ, ਕਾਰਲਾਈਲ ਦੇ ਕਥਨ ਅਤੇ ਟਾਲਸਟਾਇਲ ਦੇ ਅਨੁਭਵ ਅਤੇ ਗੁਰੂ ਸਾਹਿਬਾਂ ਦੇ ਵਿਚਾਰਾਂ ਦੇ ਹਵਾਲੇ ਦਿੱਤੇ ਹਨ। ਇਸ ਪ੍ਰਕਾਰ ਇਸ ਨਿਬੰਧ ਦੁਆਰਾ ਕਿਰਤ ਦੇ ਵਿਸ਼ੇ ਨੂੰ ਲੈ ਕੇ ਪ੍ਰਗਟ ਕੀਤੇ ਵਿਚਾਰਾਂ ਨੂੰ ਬੜੇ ਮੌਲਿਕ ਅਤੇ ਨਿਵੇਕਲੇ ਕਹਿ ਸਕਦੇ ਹਾਂ। ਹਾਂਜੀ, ਹੁਣ ਅੱਗੇ ਆਪਾਂ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ। ਹਾਂਜੀ, ਪਹਿਲਾ ਕੁਐਸਚਨ ਹੈਗਾ, ਕਿਰਤ ਨਿਬੰਧ ਦਾ ਲੇਖਕ ਕੌਣ ਹੈ? ਇਸ ਦਾ ਉਦੇਸ਼ ਕੀ ਹੈ? ਸੋ ਉੱਤਰ ਦਿੱਤਾ ਹੋਇਆ, ਕਿਰਤ ਨਿਬੰਧ ਪ੍ਰੋਫੈਸਰ ਪੂਰਨ ਸਿੰਘ ਦਾ ਲਿਖਿਆ ਹੋਇਆ ਹੈ। ਇਸ ਦਾ ਉਦੇਸ਼ ਕਿਰਤ ਦੀ ਮਨੁੱਖੀ ਜੀਵਨ ਵਿੱਚ ਮਹਾਨਤਾ ਨੂੰ ਦਰਸਾਉਂਦਾ ਹੈ। ਅੱਗੇ ਦੂਸਰਾ ਕੁਐਸਚਨ, ਕਿਰਤ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਸਪਸ਼ਟ ਕਰੋ। ਉੱਤਰ ਦਿੱਤਾ ਹੋਇਆ, ਕਿਰਤ ਨਿਬੰਧ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਇਸ ਨਿਬੰਧ ਦਾ ਵਿਸ਼ਾ ਵਸਤੂ ਮਨੁੱਖੀ ਜੀਵਨ ਵਿੱਚ ਕਿਰਤ ਦੀ ਮਹਾਨਤਾ ਨੂੰ ਸਪਸ਼ਟ ਕਰਦਾ ਹੈ ਜਾਂ ਕਰਨਾ ਹੈ। ਲੇਖਕ ਦੱਸਦਾ ਹੈ ਕਿ ਕਿਰਤ ਮਨੁੱਖ ਵਿੱਚ ਦੈਵੀ ਗੁਣ ਪੈਦਾ ਕਰਦੀ ਹੈ। ਸੁੱਚੀ ਕਿਰਤ ਰੱਬ ਦੀ ਪੂਜਾ ਹੈ। ਗੁਰੂ ਸਾਹਿਬਾਂ ਨੇ ਕਿਰਤੀ ਨੂੰ ਸਾਧ ਦਾ ਦਰਜਾ ਦਿੱਤਾ ਹੈ। ਕਿਰਤੀ ਸਿਖਾਉਣ ਵਾਲੀ ਵਿੱਦਿਆ ਹੀ ਅਸਲ ਵਿੱਦਿਆ ਹੈ। ਕਿਰਤ ਤੋਂ ਕੀ ਭਾਵ ਹੈ? ਤੀਸਰਾ ਕੁਐਸਚਨ ਅੱਗੇ, ਕਿਰਤ ਤੋਂ ਭਾਵ ਮਿਹਨਤ ਨਾਲ ਹੱਥੀਂ ਕੰਮ ਕਰਨਾ ਹੈ, ਜਿਸ ਨੂੰ ਲੇਖਕ ਸੁੱਚੀ ਕਿਰਤ ਆਖਦਾ ਹੈ, ਜੋ ਕਿ ਮਨੁੱਖ ਵਿੱਚ ਉੱਚੇ ਦੈਵੀ ਗੁਣ ਪੈਦਾ ਕਰਦੀ ਹੈ। ਲੇਖਕ ਅਨੁਸਾਰ ਸੁੱਚੀ ਕਿਰਤ ਰੱਬ ਦੀ ਪੂਜਾ ਹੈ। ਅੱਗੇ ਚੌਥਾ ਕੁਐਸਚਨ ਹੈ, ਜਿਸ ਦੇ ਹੱਥ ਵਿੱਚ ਕਿਰਤ ਨਹੀਂ, ਉਹ ਨਿਕੰਮਾ ਆਦਮੀ ਹੈ।
ਕਿਵੇਂ ਦਲੀਲਾਂ ਦੇ ਕੇ ਦੱਸੋ। ਜਾਂ ਇੱਕ ਅਗਲਾ ਕੁਐਸਚਨ ਇੱਥੇ ਵੀ ਇਸ ਤਰ੍ਹਾਂ ਦਾ ਕੁਐਸਚਨ ਵੀ ਆ ਸਕਦਾ, ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਆਦਮੀ ਨੂੰ ਨਿਕੰਮਾ ਕਿਉਂ ਨਹੀਂ ਰਹਿਣਾ ਚਾਹੀਦਾ। ਅੱਗੇ ਇਹਦਾ ਉੱਤਰ ਦਿੱਤਾ ਹੋਇਆ, ਨਿਕੰਮਾ ਆਦਮੀ ਇੱਕ ਤਾਂ ਆਪ ਕੋਈ ਕੰਮਕਾਰ ਨਹੀਂ ਕਰ ਰਿਹਾ ਹੁੰਦਾ ਅਤੇ ਨਾਲ ਹੀ ਦੂਜਿਆਂ ਦੇ ਕੰਮ ਵੀ ਵਿਗਾੜਦਾ ਹੈ। ਉਹ ਕਦੇ ਵੀ ਉੱਚੇ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ। ਉਸਦਾ ਮਨ ਸ਼ੈਤਾਨ ਦੀ ਟਕਸਾਲ ਬਣ ਜਾਂਦਾ ਹੈ। ਉਹ ਨਾ ਆਪਣਾ ਕੁਝ ਸਵਾਰਦਾ ਹੈ ਅਤੇ ਨਾ ਹੀ ਸਮਾਜ ਦਾ। ਇਹਨਾਂ ਵਿਚਾਰਾਂ ਦੀ ਰੌਸ਼ਨੀ ਨੂੰ ਇਹ ਕਹਿਣਾ ਠੀਕ ਹੈ, ਜਿਸ ਦੇ ਹੱਥ ਵਿੱਚ ਕਿਰਤ ਨਹੀਂ ਉਹ ਨਿਕੰਮਾ ਆਦਮੀ ਹੈ। ਇਸ ਕਰਕੇ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ, ਭਾਵ ਵਿਹਲਾ ਨਹੀਂ ਰਹਿਣਾ ਚਾਹੀਦਾ, ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਅੱਗੇ ਪ੍ਰਸ਼ਨ ਨੰਬਰ 5, ਕਿਰਤ ਲੇਖ ਵਿੱਚ ਲੇਖਕ ਨੇ ਜਾਪਾਨੀ ਲੋਕਾਂ ਬਾਰੇ ਕੀ ਲਿਖਿਆ ਹੈ। ਉੱਤਰ ਦਿੱਤਾ ਹੋਇਆ, ਜਾਪਾਨੀ ਲੋਕ ਭਾਰਤੀ ਲੋਕਾਂ ਦੇ ਮੁਕਾਬਲੇ ਕੰਮ ਵਿੱਚ ਵਧੇਰੇ ਮਨ ਲਾਉਂਦੇ ਹਨ। ਉਹਨਾਂ ਨੂੰ ਮਨ ਘੜਤ ਅਤੇ ਫਜ਼ੂਲ ਗੱਲਾਂ ਕਰਨ ਅਤੇ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵਿਹਲ ਨਹੀਂ ਮਿਲਦੀ। ਉਹਨਾਂ ਨੂੰ ਆਪਣੀ ਅਣਥੱਕ ਕਿਰਤ ਵਿੱਚੋਂ ਪੈਦਾ ਹੋਏ ਸਹਿਜ ਸਮਾਧੀ ਦੇ ਸੁੱਖ ਤੋਂ ਵਿਹਲ ਨਹੀਂ ਮਿਲਦੀ। ਉਹ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਹਨ ਕਿ ਜਿਨ੍ਹਾਂ ਨੈਣਾ ਪ੍ਰਾਣਾਂ ਨਾਲ ਕੁਝ ਸਿਰਜਿਆ ਜਾ ਸਕਦਾ ਹੈ, ਉਹਨਾਂ ਨੂੰ ਵਿਅਰਥ ਗੱਲਾਂ, ਖਿਆਲ ਉਡਾਰੀਆਂ ਅਤੇ ਬਹਿਸ ਵਿੱਚ ਕਿਉਂ ਗਵਾਇਆ ਜਾਵੇ। ਅੱਗੇ 6ਵਾਂ ਕੁਐਸਚਨ ਦਿੱਤਾ ਹੋਇਆ, ਟਾਲਸਟਾਏ ਨੂੰ ਈਸਾਈ ਮਤ ਕਿੱਥੇ ਨਜ਼ਰ ਆਇਆ। ਉੱਤਰ ਦਿੱਤਾ ਹੋਇਆ, ਟਾਲਸਟਾਏ ਨੂੰ ਈਸਾਈ ਮਤ ਬਾਦਸ਼ਾਹੀ ਮਹਿਲਾਂ ਵਿੱਚ ਨਹੀਂ, ਸਗੋਂ ਰੂਸ ਦੇ ਭੋਲੇ ਭਾਲੇ ਕਿਸਾਨਾਂ ਦੇ ਜੀਵਨ ਵਿੱਚ ਨਜ਼ਰ ਆਇਆ ਸੀ। ਅੱਗੇ 7ਵਾਂ ਕੁਐਸਚਨ ਦਿੱਤਾ ਹੋਇਆ, ਕਿਰਤ ਲੇਖ ਵਿੱਚ ਅਮੀਰ ਦੀ ਮੋਟਰ ਅਤੇ ਬੁੱਢੇ ਕਿਸਾਨ ਵਿੱਚ ਵੱਜਣ ਦੀ ਘਟਨਾ ਨਾਲ ਲੇਖਕ ਕੀ ਸਿੱਧ ਕਰਨਾ ਚਾਹੁੰਦਾ ਹੈ। ਉੱਤਰ ਲਿਖਿਆ ਹੋਇਆ, ਕਿਰਤੀ ਆਦਮੀ ਵੱਡੀ ਤੋਂ ਵੱਡੀ ਦੁਰਘਟਨਾ ਜਾਂ ਨੁਕਸਾਨ ਨੂੰ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਹੈ। ਉਹ ਦੁਰਘਟਨਾ ਜਾਂ ਦੁੱਖ ਦਾ ਦੋਸ਼ ਕਿਸੇ ਦੇ ਸਿਰ ਨਹੀਂ ਮੜ੍ਹਦਾ। ਇਹ ਉਸਦੇ ਕਿਰਤ ਦੁਆਰਾ ਸਹਿਜ ਸੁਭਾਅ ਟਿਕੇ ਹੋਏ ਮਨ ਦਾ ਲੱਛਣ ਹੁੰਦਾ ਹੈ। ਅੱਗੇ 8ਵਾਂ ਪ੍ਰਸ਼ਨ ਦਿੱਤਾ ਹੋਇਆ, ਕਿਰਤ ਨਿਬੰਧ ਵਿੱਚ ਲੇਖਕ ਨੇ ਕਿਸਾਨ ਨੂੰ ਕਿਵੇਂ ਵਡਿਆਇਆ ਹੈ। ਕਿਰਤ ਨਿਬੰਧ ਵਿੱਚ ਲੇਖਕ ਦੱਸਦਾ ਹੈ ਕਿ ਕਿਸਾਨ ਕਿਰਤੀ ਹੋਣ ਕਰਕੇ ਵੱਡੀ ਤੋਂ ਵੱਡੀ ਦੁਰਘਟਨਾ ਜਾਂ ਨੁਕਸਾਨ ਨੂੰ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਹੈ। ਉਹ ਦੁਰਘਟਨਾ ਜਾਂ ਦੁੱਖ ਦਾ ਦੋਸ਼ ਕਿਸੇ ਦੇ ਸਿਰ ਨਹੀਂ ਮੜ੍ਹਦਾ। ਇਹ ਉਸਦੇ ਕਿਰਤ ਦੁਆਰਾ ਸਹਿਜ ਸੁਭਾਅ ਟਿਕੇ ਮਨ ਦਾ ਲੱਛਣ ਹੁੰਦਾ ਹੈ। ਇਹ ਕੁਐਸਚਨ 7ਵਾਂ ਅਤੇ 8ਵਾਂ ਲਗਭਗ ਮਿਲਦੇ ਜੁਲਦੇ ਜਿਹੇ ਨੇ। ਤੁਸੀਂ ਇਹਨਾਂ ਦੇ ਉੱਤਰ ਪੜ੍ਹ ਕੇ ਦੇਖ ਸਕਦੇ ਹੋ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਅਗਲਾ ਉੱਤਰ ਆਪਾਂ ਲਿਖਣਾ ਕਿਸ ਹਿਸਾਬ ਨਾਲ। ਅੱਗੇ 9ਵਾਂ ਪ੍ਰਸ਼ਨ ਦਿੱਤਾ ਹੋਇਆ, ਬੁੱਧੀਜੀਵੀ ਅਤੇ ਕਿਰਤੀ ਦੇ ਸੁਭਾਵਾਂ ਦੇ ਵਿਚਾਰਾਂ ਵਿੱਚ ਕੀ ਅੰਤਰ ਹੁੰਦਾ ਹੈ। ਉੱਤਰ ਦਿੱਤਾ ਹੋਇਆ, ਬੁੱਧੀਜੀਵੀ ਮਨ ਦੀਆਂ ਖਿਆਲ ਉਡਾਰੀਆਂ ਲਾਉਂਦਾ ਹੈ ਅਤੇ ਉਸਦਾ ਚਿੰਤਨ ਰੂਹ ਨੂੰ ਮੈਲੀ ਕਰਦਾ ਹੈ। ਪਰ ਕਿਰਤੀ ਵਿੱਚ ਸਿਦਕ, ਪਿਆਰ, ਰੱਬਤਾ ਆਦਿ ਗੁਣ ਹੁੰਦੇ ਹਨ। ਕਿਰਤੀ ਸਬਰ ਵਾਲਾ ਅਤੇ ਉਦਾਰ ਹੁੰਦਾ ਹੈ, ਪਰ ਬੁੱਧੀਜੀਵੀ ਵਿੱਚ ਇਹ ਗੁਣ ਨਹੀਂ ਹੁੰਦੇ। ਅੱਗੇ 10ਵਾਂ ਪ੍ਰਸ਼ਨ, ਕਿਰਤ ਲੇਖ ਵਿੱਚ ਲੇਖਕ ਨੇ ਗੁਰੂ ਸਾਹਿਬ ਦੇ ਵਿਆਖਿਆਨ ਵਿੱਚ ਕੀ ਵਿਸ਼ੇਸ਼ਤਾ ਦੱਸੀ ਹੈ। ਗੁਰੂ ਸਾਹਿਬ ਦੇ ਵਿਆਖਿਆਨ ਵਿੱਚ ਇੱਕ ਪਾਸੇ ਕਿਰਤ ਅਰਥਾਤ ਨੈਣਾ ਪ੍ਰਾਣਾਂ ਦੀ 10 ਨੂੰਹਾਂ ਦੀ ਮਿਹਨਤ ਦੀ ਕਦਰ ਹੈ। ਦੂਜੇ ਪਾਸੇ ਪੂਰਨ ਬ੍ਰਹਮ ਗਿਆਨੀ ਜੋ ਕਿ ਰਸਿਕ ਕਿਰਤ ਵਾਲਾ ਸਾਧ ਹੁੰਦਾ ਹੈ, ਦੀ ਕਿਰਤ ਦੇ ਪੂਰਨ ਦਰਸ਼ਨ ਦੀ ਸਿਫਤ ਕੀਤੀ ਗਈ ਹੈ। ਗੁਰੂ ਜੀ ਨੇ ਕਿਰਤ ਨੂੰ ਸੱਭਿਅਕ ਮਨੁੱਖ ਦੀ ਜੜ੍ਹ ਮੰਨਿਆ ਹੈ ਅਤੇ ਚੋਟੀ ਦਾ ਫਲ ਸਾਧ ਦਾ ਵਜੂਦ ਦੱਸਿਆ ਹੈ ਅਤੇ ਇਹਨਾਂ ਤੋਂ ਬਿਨਾਂ ਹੋਰ ਸਭ ਕੁਝ ਨੂੰ ਕੂੜ ਕਰਾਰ ਦੇ ਕੇ ਆਪਣੇ ਅੰਦਰੋਂ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਹੈ। ਅੱਗੇ 11ਵਾਂ ਪ੍ਰਸ਼ਨ, ਕਿਰਤ ਲੇਖ ਵਿੱਚ ਲੇਖਕ ਨੇ ਵਿੱਦਿਆ ਅਵਿਦਿਆ ਸੰਬੰਧੀ ਜੋ ਵਿਚਾਰ ਦੱਸੇ ਹਨ, ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਖੋਲ੍ਹ ਕੇ ਲਿਖੋ। ਜਾਂ ਇੱਕ ਕੁਐਸਚਨ ਹੋਰ ਆ ਸਕਦਾ, ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਕਿਹੜੀ ਵਿੱਦਿਆ ਅਸਲ ਅਵਿਦਿਆ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਵਿਚਾਰ ਅਨੁਸਾਰ ਉਸ ਵਿੱਦਿਆ ਨੂੰ ਹੀ ਅਸਲ ਵਿੱਚ ਅਵਿਦਿਆ ਕਹਿਣਾ ਚਾਹੀਦਾ ਹੈ ਜੋ ਕੁਦਰਤ ਦੇ ਕਾਦਰ ਦੇ ਰੰਗ ਤੋਂ ਵੱਖ ਕੀਤੇ ਮਨ ਦੇ ਖਿਆਲਾਂ ਨੂੰ ਕੋਈ ਦਰਜਾ ਦਿੰਦੀ ਹੈ। ਇਸ ਦੇ ਉਲਟ ਉਸ ਅਵਿਦਿਆ ਨੂੰ ਅਸਲ ਵਿੱਚ ਵਿੱਦਿਆ ਕਹਿਣਾ ਚਾਹੀਦਾ ਹੈ ਜਿਹੜੀ ਕੁਦਰਤ ਦੀ ਰੂਹ ਨਾਲ ਇੱਕਮਿਕ ਹੋ ਕੇ ਪ੍ਰਭੂ ਦੇ ਰੰਗ ਵਿੱਚ ਰੰਗ ਕੇ ਕਿਰਤ ਕਰਨੀ ਸਿਖਾਉਂਦੀ ਹੈ।
ਅੱਗੇ 12ਵਾਂ ਪ੍ਰਸ਼ਨ, ਕਿਰਤੀ ਵਿੱਚ ਕਿਹੜੇ ਕਿਹੜੇ ਗੁਣ ਪੈਦਾ ਹੁੰਦੇ ਹਨ? ਉੱਤਰ ਦਿੱਤਾ ਹੋਇਆ, ਕਿਰਤੀ ਵਿੱਚ ਸਹਿਜ ਅਵਸਥਾ, ਦਇਆ, ਉਦਾਰਤਾ, ਤਿਆਗ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ, ਸਬਰ ਕਰਨ ਅਤੇ ਨਿਕੰਮੇ ਨਾ ਰਹਿਣ, ਸਗੋਂ ਸਦਾ ਕਿਰਤ ਵਿੱਚ ਰੁੱਝੇ ਰਹਿਣ ਦੇ ਗੁਣ ਪੈਦਾ ਹੁੰਦੇ ਹਨ। ਇਹ ਹੁੰਦੇ ਹਨ ਕਿਰਤੀ ਦੇ ਗੁਣ, ਜਿਹੜਾ ਕੰਮ ਕਰਦਾ। ਅੱਗੇ 13ਵਾਂ ਪ੍ਰਸ਼ਨ, ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਕਿਰਤੀ ਅਤੇ ਅਮੀਰ ਲੋਕਾਂ ਵਿੱਚ ਕੀ ਫਰਕ ਹੈ? ਉੱਤਰ ਦਿੱਤਾ ਹੋਇਆ, ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਕਿਰਤੀ ਸਹਿਜ ਅਵਸਥਾ ਵਿੱਚ ਟਿਕੇ ਹੋਏ ਅਤੇ ਸੁਖੀ ਹੁੰਦੇ ਹਨ। ਕਿਰਤੀ ਦਾ ਦਰਜਾ ਆਵੇਸ਼ ਗਰਭਿਤ ਸਾਧ ਦੇ ਬਰਾਬਰ ਹੁੰਦਾ ਹੈ, ਪਰ ਅਮੀਰ ਲੋਕ ਹੰਕਾਰੀ ਦੇ ਵਿਸ਼ੇ ਦੇ ਕੀੜੇ ਹੁੰਦੇ ਹਨ। ਅੱਗੇ 14ਵਾਂ ਪ੍ਰਸ਼ਨ, ਕਿਰਤੀ ਅਤੇ ਸਾਧ ਦੇ ਜੀਵਨ ਵਿੱਚ ਕਿਹੜੇ ਪੱਖਾਂ ਤੋਂ ਸਮਾਨਤਾ ਪਾਈ ਜਾਂਦੀ ਹੈ? ਕਿਰਤੀ ਅਤੇ ਸਾਧ ਦੋ ਹੀ ਬੰਦੇ ਹਨ ਜੋ ਸਹਿਜ ਦੇਵੀ ਗੁਣਾਂ ਦੇ ਪ੍ਰਕਾਸ਼ਨ ਹੁੰਦੇ ਹਨ। ਦੋਹਾਂ ਵਿੱਚ ਮੂਲ ਰੂਪ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਧ ਆਪਣੇ ਆਪ ਵਿੱਚ ਇੱਕ ਕਿਰਤੀ ਹੁੰਦਾ ਹੈ ਅਤੇ ਕਿਰਤੀ ਇੱਕ ਸਾਧ। ਅੱਗੇ 15ਵਾਂ ਪ੍ਰਸ਼ਨ, ਕਿਰਤ ਨਿਬੰਧ ਦਾ ਲੇਖਕ ਕੌਣ ਹੈ? ਇਹ ਨਿਬੰਧ ਕਿਸ ਉਦੇਸ਼ ਭਾਵ ਮੰਤਵ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ? ਇਸ ਨਿਬੰਧ ਦਾ ਲੇਖਕ ਪ੍ਰੋਫੈਸਰ ਪੂਰਨ ਸਿੰਘ ਹੈ। ਉਹ ਇਸ ਵਿੱਚ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਕਿਰਤੀ ਮਹਾਨ ਹਨ। ਕਿਰਤ ਮਨੁੱਖ ਵਿੱਚ ਦੈਵੀ ਗੁਣ ਪੈਦਾ ਕਰਦੀ ਹੈ। ਕਿਰਤੀ ਬੇਪਰਵਾਹ ਅਤੇ ਨਿਸ਼ਚਿੰਤ ਹੁੰਦੇ ਹਨ। ਉਹ ਨਿਕੰਮੇ ਵਾਦ ਵਿਵਾਦ ਵਿੱਚ ਨਹੀਂ ਪੈਂਦੇ। ਕਿਰਤੀ ਰੱਬ ਦੀ ਰਜ਼ਾ ਨੂੰ ਵਧੇਰੇ ਸਮਝਦਾ ਹੈ। ਸੁੱਚੀ ਕਿਰਤ ਰੱਬ ਦੀ ਪੂਜਾ ਹੈ, ਇਸ ਕਰਕੇ ਮਨੁੱਖ ਨੂੰ ਸੁੱਚੀ ਕਿਰਤ ਕਰਨ ਵਾਲਾ ਬਣਨਾ ਚਾਹੀਦਾ ਹੈ। ਅੱਗੇ 16ਵਾਂ ਪ੍ਰਸ਼ਨ, ਸੁੱਚੀ ਕਿਰਤ ਰੱਬ ਦੀ ਪੂਜਾ ਹੈ, ਇਸ ਕਥਨ ਦੀ ਵਿਆਖਿਆ ਕਰੋ। ਸੁੱਚੀ ਕਿਰਤ ਕਰਨ ਵਾਲੇ ਵਿਅਕਤੀ ਵਿੱਚ ਪਿਆਰ, ਮਿੱਤਰਤਾ, ਸਾਦਗੀ, ਸਬਰ, ਸੰਤੋਖ, ਦਇਆ, ਨਿਰਮਾਣਤਾ, ਉਦਾਰਤਾ, ਤਿਆਗ ਤੇ ਭਾਣਾ ਮੰਨਣ ਦੇ ਗੁਣ ਪੈਦਾ ਹੁੰਦੇ ਹਨ। ਉਸ ਦਾ ਮਨ ਆਪ ਮੁਹਾਰਾ ਪਰਮਾਤਮਾ ਨਾਲ ਜੁੜ ਜਾਂਦਾ ਹੈ। ਉਹ ਵੱਡੇ ਵੱਡੇ ਨੁਕਸਾਨ ਨੂੰ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਹੈ, ਜਦ ਕਿ ਵੱਡੇ ਵੱਡੇ ਅਕਲਮੰਦ ਅਮੀਰ ਅਜਿਹਾ ਨਹੀਂ ਕਰ ਸਕਦੇ। ਕਿਰਤੀ ਕੁਦਰਤ ਦੇ ਇਸ ਨੇਮ ਦੇ ਦਰਸ਼ਨ ਕਰਾਉਂਦਾ ਹੈ ਕਿ ਹੱਥਾਂ ਪੈਰਾਂ ਨਾਲ ਜਿਹੜਾ ਕੰਮ ਕਰਦਾ ਹੈ ਉਸ ਦਾ ਚਿੱਤ ਆਪ ਮੁਹਾਰਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਅਤੇ ਇਹੋ ਜਿਹੀ ਕਿਰਤ ਸਮਾਂ ਪਾ ਕੇ ਰੱਬ ਦੀ ਪੂਜਾ ਹੋ ਜਾਂਦੀ ਹੈ। ਕਾਰਲਾਈਲ ਦਾ ਵੀ ਇਹੋ ਹੀ ਵਿਚਾਰ ਸੀ। ਅਜਿਹੇ ਕਿਰਤੀ ਨੂੰ ਮਾੜੇ ਅਤੇ ਹੰਕਾਰ ਭਰੇ ਕੰਮਾਂ ਬਾਰੇ ਸੋਚਣ ਦੀ ਜਾਂ ਉਹਨਾਂ ਨੂੰ ਕਰਨ ਦੀ ਵਿਹਲ ਨਹੀਂ ਹੁੰਦੀ। ਉਹ ਇੱਕ ਸਾਧ ਦੇ ਦਰਜੇ ਉੱਤੇ ਪੁੱਜ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬਾਨ ਨੇ ਵੀ ਸੁੱਚੀ ਕਿਰਤ ਕਰਨ ਵਾਲੇ ਦੀ ਬ੍ਰਹਮ ਗਿਆਨੀ ਦੇ ਸਮਾਨ ਕਦਰ ਕੀਤੀ ਹੈ ਅਤੇ ਕਿਰਤੀ ਦੀ ਕਿਰਤ ਨੂੰ ਸੁਸਾਇਟੀ ਮਨੁੱਖ ਦੀ ਜੜ ਦੇ ਫਲ ਸਾਧ ਦਾ ਵਜੂਦ ਦੱਸਿਆ ਹੈ। ਇਸ ਪ੍ਰਕਾਰ ਸੁੱਚੀ ਕਿਰਤ ਆਪੇ ਆਪ ਵਿੱਚ ਰੱਬ ਦੀ ਪੂਜਾ ਹੈ। ਅੱਗੇ 17ਵਾਂ ਪ੍ਰਸ਼ਨ, ਕਿਸਾਨ ਜ਼ਿਮੀਂਦਾਰ ਜਿਹੜੇ ਹਲ ਵਾਹੁੰਦੇ ਹਨ ਅਤੇ ਮਜ਼ਦੂਰੀਆਂ ਕਰਦੇ ਹਨ, ਉਹਨਾਂ ਵਿੱਚ ਸਹਿਜ ਸੁਭਾਅ, ਦਇਆ, ਉਦਾਰਤਾ, ਤਿਆਗ ਅਤੇ ਰਜ਼ਾ ਆਦਿ ਮਹਾਨ ਗੁਣਾਂ ਦੀ ਛਾਇਆ ਹੁੰਦੀ ਹੈ। ਕੀ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਦੇ ਇਸ ਵਿਚਾਰ ਨਾਲ ਸਹਿਮਤ ਹੋ? ਸਪਸ਼ਟ ਕਰੋ। ਆਪਣੇ ਉਪਰੋਕਤ ਵਿਚਾਰ ਨੂੰ ਸਿੱਧ ਕਰਨ ਲਈ ਨਿਬੰਧਕਾਰ ਲਿਖਦਾ ਹੈ ਕਿ ਕਿਸੇ ਅਮੀਰ ਦੇ ਦਿਲ ਵਿੱਚ ਨੁਕਸਾਨ ਉਠਾ ਕੇ ਰਜ਼ਾ ਦਾ ਨੁਕਤਾ ਨਹੀਂ ਆਉਂਦਾ, ਜਦਕਿ ਧਰਮ ਨਾਲ ਸੰਬੰਧਿਤ ਕਿਰਤ ਕਰਨ ਵਾਲੇ ਲੋਕ ਬੜੇ ਬੜੇ ਨੁਕਸਾਨ ਨੂੰ ਰੱਬ ਦੀ ਰਜ਼ਾ ਸਮਝ ਕੇ ਭੁਲਾ ਦਿੰਦੇ ਹਨ। ਉਹ ਰਜ਼ਾ ਦੇ ਨੁਕਤੇ ਨੂੰ ਮੰਨਦੇ ਹੋਏ ਗਮ ਦੇ ਦੁੱਖ ਨੂੰ ਇੰਨਾ ਅਨੁਭਵ ਨਹੀਂ ਕਰਦੇ ਜਿੰਨਾ ਅਕਲਾਂ ਵਾਲੇ। ਇਸੇ ਪ੍ਰਕਾਰ ਨਿਬੰਧਕਾਰ ਇੱਕ ਕਿਸਾਨ ਦੇ ਮੋਟਰ ਵਿੱਚ ਵੱਜਣ ਦੀ ਘਟਨਾ ਦਾ ਉਲੇਖ ਕਰਦਾ ਹੈ, ਜਿਸ ਨੇ ਇਸ ਘਟਨਾ ਵਿਰੁੱਧ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਾ ਕੀਤੀ। ਇਹ ਉਸਦੇ ਟਿਕੇ ਹੋਏ ਮਨ ਦੀ ਲਗਨ ਸੀ। ਇਸ ਪ੍ਰਕਾਰ ਅਸੀਂ ਨਿਬੰਧਕਾਰ ਦੇ ਉਪਰੋਕਤ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਕਿਸਾਨ ਜ਼ਿਮੀਂਦਾਰ ਜਿਹੜੇ ਹਲ ਵਾਹੁੰਦੇ ਅਤੇ ਮਜ਼ਦੂਰੀਆਂ ਕਰਦੇ ਹਨ, ਉਹਨਾਂ ਵਿੱਚ ਸਹਿਜ ਸੁਭਾਅ, ਦਇਆ, ਉਦਾਰਤਾ, ਤਿਆਗ ਅਤੇ ਰਜ਼ਾ ਦੇ ਮਹਾਨ ਗੁਣਾਂ ਦੀ ਛਾਇਆ ਹੁੰਦੀ ਹੈ। ਅੱਗੇ 18ਵਾਂ ਪ੍ਰਸ਼ਨ, ਸੁੱਚੀ ਕਿਰਤ ਇਲਾਹੀ ਕਿਵੇਂ ਹੈ? ਉੱਤਰ ਦਿੱਤਾ ਹੋਇਆ ਜੀ, ਸੁੱਚੀ ਕਿਰਤ ਕਰਨ ਵਾਲੇ ਵਿਅਕਤੀ ਦਾ ਮਨ ਆਪ ਮੁਹਾਰਾ ਪਰਮਾਤਮਾ ਨਾਲ ਜੁੜ ਜਾਂਦਾ ਹੈ। ਇਹ ਕਿਰਤ ਸਮਾਂ ਪਾ ਕੇ ਰੱਬ ਦੀ ਪੂਜਾ ਦੇ ਸਮਾਨ ਹੋ ਜਾਂਦੀ ਹੈ।
ਅਜਿਹੇ ਕਿਰਤੀ ਨੂੰ ਮਾੜੇ ਅਤੇ ਹੰਕਾਰ ਭਰੇ ਕੰਮ ਕਰਨ ਜਾਂ ਉਹਨਾਂ ਬਾਰੇ ਸੋਚਣ ਦੀ ਵਿਹਲ ਨਹੀਂ ਹੁੰਦੀ। ਉਹ ਇੱਕ ਸਾਧ ਦੇ ਦਰਜੇ ਨੂੰ ਪੁੱਜ ਜਾਂਦੀ ਹੈ। ਇਸ ਪ੍ਰਕਾਰ ਸੁੱਚੀ ਕਿਰਤ ਇਲਾਹੀ ਹੈ। ਹਾਂਜੀ, ਅਗਲੇ ਦੀ ਵੀਡੀਓ ਦੇ ਵਿੱਚ ਆਪਾਂ ਘਰ ਦਾ ਪਿਆਰ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਇਸ ਨਿਬੰਧ ਦੇ ਉੱਤੇ ਚਰਚਾ ਕਰਾਂਗੇ।